ਮੌਤ ਕੀ ਹੈ? ਇਸ ਦਾ ਰੂਪ ਕੀ ਹੈ ਤੇ ਇਹ ਕਿਵੇਂ ਹੁੰਦੀ ਹੈ? ਗਰੁੜ ਪੁਰਾਣ ਦੇ ਅਨੁਸਾਰ ਗਰੁੜ ਨੇ ਭਗਵਾਨ ਵਿਸ਼ਨੂੰ ਜੀ ਤੋਂ ਪੁੱਛਿਆ, ਮੌਤ ਕੀ ਹੈ, ਇਸ ਦਾ ਰੂਪ ਕੀ ਹੈ ਤੇ ਇਹ ਕਿਵੇਂ ਹੁੰਦੀ ਹੈ? ਇਸ ਦਾ ਵਿਸਤਾਰ ਪੂਰਵਕ ਵਰਣਨ ਕਰੋ। ਭਗਵਾਨ ਵਿਸ਼ਨੂੰ ਜੀ ਨੇ ਉੱਤਰ ਦਿੱਤਾ, ਪ੍ਰਕਿਰਤੀ ਪਰਿਵਰਤਨਸ਼ੀਲ ਹੈ ਤੇ ਨਿਰੰਤਰ ਬਦਲਦੀ ਰਹਿੰਦੀ ਹੈ। ਪਤਝੜ ਵਿੱਚ ਹਰੇ ਪੱਤੇ ਸੁੱਕ ਕੇ ਪੀਲੇ ਹੋ ਕੇ ਥੱਲੇ ਡਿੱਗਦੇ ਹਨ ਤੇ ਬਸੰਤ ਵਿੱਚ ਦੁਬਾਰਾ ਉੱਗ ਜਾਂਦੇ ਹਨ। ਇਸ ਤਰ੍ਹਾਂ ਹੀ ਰੁੱਤਾਂ ਆਉਂਦੀਆਂ ਹਨ ਤੇ ਸਭ ਨਿਰੰਤਰ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਮਨੁੱਖ ਵੀ ਪਹਿਲਾਂ ਬਾਲ, ਫਿਰ ਬਾਲਕ, ਫਿਰ ਜਵਾਨ ਅਤੇ ਬੁੱਢਾ ਹੋ ਜਾਂਦਾ ਹੈ ਤੇ ਜੋ ਪ੍ਰਾਣੀ ਇਸ ਸੰਸਾਰ ਵਿੱਚ ਜਨਮ ਲਵੇਗਾ ਉਸ ਦਾ ਇਸ ਸੰਸਾਰ ਨੂੰ ਛੱਡ ਕੇ ਜਾਣਾ ਵੀ ਨਿਸ਼ਚਿਤ ਹੈ। ਸਮੇਂ ਦੇ ਅਨੁਸਾਰ ਇਹ ਕੰਮ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਜਦੋਂ ਆਦਮੀ ਆਪਣੀ ਉਮਰ ਪੂਰੀ ਕਰ ਲੈਂਦਾ ਹੈ ਤਾਂ ਉਸ ਦੀ ਮੌਤ ਨੇੜੇ ਆਉਂਦੀ ਹੈ ਤਾਂ ਕਈ ਰੋਗ ਹੋ ਜਾਂਦੇ ਹਨ। ਉਸ ਦੇ ਜੀਵਨ ਵਿੱਚ ਜੋ ਵੀ ਚੰਗੇ ਮਾੜੇ ਕੰਮ ਉਸਨੇ ਕੀਤੇ ਹੁੰਦੇ ਹਨ ਉਹ ਸਾਰੇ ਉਸ ਦੇ ਅੱਗੇ ਆਉਂਦੇ ਹਨ। ਉਸ ਦਾ ਮਨ ਮੋਹ ਮਾਇਆ ਵਿੱਚ ਉਲਝਿਆ ਹੁੰਦਾ ਹੈ, ਜਿਸ ਕਾਰਨ ਉਸ ਨੂੰ ਬਹੁਤ ਕਸ਼ਟ ਹੁੰਦਾ ਹੈ। ਇਸ ਸਮੇਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਉਹ ਆਵਾਜ਼ਾਂ ਮਾਰਦਾ ਹੈ ਤੇ ਉਹਨਾਂ ਨਾਲ ਗੱਲਾਂ ਕਰਨਾ ਚਾਹੁੰਦਾ ਹੈ, ਪਰ ਉਹ ਬੋਲ ਨਹੀਂ ਸਕਦਾ। ਉਸ ਨੂੰ ਬਹੁਤ ਬੇਚੈਨੀ ਅਤੇ ਪੀੜਾਂ ਹੁੰਦੀਆਂ ਹਨ, ਕਿਉਂਕਿ ਨਾੜੀਆਂ ਵਿੱਚੋਂ ਪ੍ਰਾਣ ਖਿੱਚ ਕੇ ਇੱਕ ਜਗ੍ਹਾ ਇਕੱਠੇ ਹੋਣ ਲੱਗਦੇ ਹਨ। ਉਸ ਦੀਆਂ ਪੰਜੇ ਇੰਦਰੀਆਂ ਬੰਦ ਹੋਣ ਲੱਗਦੀਆਂ ਹਨ। ਸੁਣਨ ਸ਼ਕਤੀ ਸਭ ਤੋਂ ਅਖੀਰ ਵਿੱਚ ਲੁਪਤ ਹੁੰਦੀ ਹੈ। ਜਦੋਂ ਪ੍ਰਾਣ ਨਿਕਲਣ ਦਾ ਸਮਾਂ ਬਿਲਕੁਲ ਲਾਗੇ ਆ ਜਾਂਦਾ ਹੈ ਤਾਂ ਜਿੰਨਾ ਦਰਦ ਇੱਕ ਬਿੱਛੂ ਦੇ ਕੱਟਣ ਨਾਲ ਹੁੰਦਾ ਹੈ, ਉਸ ਤੋਂ ਕਈ ਜ਼ਿਆਦਾ ਬਿੱਛੂਆਂ ਦੇ ਕੱਟਣ ਜਿੰਨਾ ਦਰਦ ਹੁੰਦਾ ਹੈ। ਉਸ ਦੇ ਪ੍ਰਾਣ ਕੱਢਣ ਲਈ ਜਮ ਦੇ ਦੋ ਦੂਤ ਆਉਂਦੇ ਹਨ ਤੇ ਉਸ ਦੇ ਸਰੀਰ ਤੋਂ ਉਸ ਦੇ ਪ੍ਰਾਣਾਂ ਨੂੰ ਬਾਹਰ ਖਿੱਚ ਲੈਂਦੇ ਹਨ। ਵਿਅਕਤੀ ਦੇ ਸਰੀਰ ਵਿੱਚ 9 ਦਰਵਾਜ਼ੇ ਹੁੰਦੇ ਹਨ ਤੇ 10ਵਾਂ ਦੁਆਰ ਮੱਥੇ ਤੇ ਹੁੰਦਾ ਹੈ। ਇਹ ਜਮਦੂਤ ਇਹਨਾਂ ਦੁਆਰਾਂ ਰਾਹੀਂ ਆਤਮਾ ਨੂੰ ਸਰੀਰ ਤੋਂ ਬਾਹਰ ਖਿੱਚਦੇ ਹਨ। ਇਹ ਸਭ ਕੁਝ ਮਨੁੱਖ ਦੇ ਕਰਮਾਂ ਤੇ ਨਿਰਭਰ ਕਰਦਾ ਹੈ ਕਿ ਉਸ ਦੀ ਆਤਮਾ ਕਿਸ ਦੁਆਰ ਰਾਹੀਂ ਬਾਹਰ ਨਿਕਲੇ। ਜੋ ਲੋਕ ਭਗਵਾਨ ਦੀ ਭਗਤੀ ਕਰਦੇ ਹਨ ਉਹਨਾਂ ਦੀ ਆਤਮਾ ਆਪਣੇ ਆਪ 10ਮ ਦੁਆਰ ਰਾਹੀਂ ਦੇਹ ਦਾ ਤਿਆਗ ਕਰਕੇ ਬਾਹਰ ਨਿਕਲ ਜਾਂਦੀ ਹੈ। ਜੋ ਲੋਕ ਭਗਵਤ ਕਥਾ ਜਾਂ ਧਰਮ ਦਾ ਪ੍ਰਚਾਰ ਕਰਦੇ ਹਨ ਉਹਨਾਂ ਦੀ ਆਤਮਾ ਮੂੰਹ ਰਾਹੀਂ ਬਾਹਰ ਨਿਕਲਦੀ ਹੈ। ਜੋ ਲੋਕ ਸਦਾਚਾਰੀ ਭਗਵਤ ਕਥਾ ਸੁਣਨ ਵਾਲੇ ਹੁੰਦੇ ਹਨ ਉਹਨਾਂ ਦੀ ਆਤਮਾ ਕੰਨਾਂ ਰਾਹੀਂ ਬਾਹਰ ਨਿਕਲਦੀ ਹੈ। ਜੋ ਲੋਕ ਸਤਕਰਮੀ ਜਾਂ ਦੂਰ ਦ੍ਰਿਸ਼ਟੀ ਵਾਲੇ ਹੁੰਦੇ ਹਨ ਉਹਨਾਂ ਦੀ ਆਤਮਾ ਅੱਖਾਂ ਰਾਹੀਂ ਬਾਹਰ ਨਿਕਲਦੀ ਹੈ। ਜੋ ਲੋਕ ਚੰਗੇ ਵਿਚਾਰਾਂ ਵਾਲੇ ਹੁੰਦੇ ਹਨ ਉਹਨਾਂ ਦੀ ਆਤਮਾ ਨੱਕ ਰਾਹੀਂ, ਤੇ ਜੋ ਲੋਕ ਪਾਪੀ ਗੰਦੇ ਵਿਚਾਰਾਂ ਜਾਂ ਝੂਠ ਬੋਲਣ ਵਾਲੇ ਹੁੰਦੇ ਹਨ ਉਹਨਾਂ ਦੀ ਆਤਮਾ ਮਲ ਮੂਤ ਤਿਆਗਣ ਵਾਲੇ ਦੁਆਰ ਰਾਹੀਂ ਬਾਹਰ ਨਿਕਲਦੀ ਹੈ। ਜਦੋਂ ਆਤਮਾ ਮੂੰਹ ਰਾਹੀਂ ਨਿਕਲਦੀ ਹੈ ਤਾਂ ਮੂੰਹ ਚੋਂ ਝੱਗ ਨਿਕਲਦੀ ਹੈ। ਜਦੋਂ ਅੱਖਾਂ ਰਾਹੀਂ ਬਾਹਰ ਨਿਕਲਦੀ ਹੈ ਤਾਂ ਅੱਖਾਂ ਉੱਭਰ ਕੇ ਬਾਹਰ ਆ ਜਾਂਦੀਆਂ ਹਨ। ਜਦੋਂ ਕੰਨਾਂ ਰਾਹੀਂ ਬਾਹਰ ਨਿਕਲਦੀ ਹੈ ਤੇ ਕੰਨਾਂ ਵਿੱਚੋਂ ਮੈਲ ਅਤੇ ਪਾਕ ਬਾਹਰ ਆਉਂਦੀ ਹੈ। ਜਦੋਂ ਨੱਕ ਰਾਹੀਂ ਨਿਕਲਦੀ ਹੈ ਤਾਂ ਗੰਦਾ ਪਾਣੀ ਤੇ ਮਲ ਮੂਤਰ ਰਾਹੀਂ ਨਿਕਲਣ ਤੇ ਮਲ ਮੂਤਰ ਬਾਹਰ ਨਿਕਲ ਜਾਂਦਾ ਹੈ। ਹੁਣ ਅਸੀਂ ਜਾਣਾਂਗੇ ਕਿ ਗੁਰਬਾਣੀ ਦੇ ਅਨੁਸਾਰ ਜਦੋਂ ਮਨੁੱਖ ਦੇ ਸਰੀਰ ਵਿੱਚੋਂ ਪ੍ਰਾਣ ਨਿਕਲਦੇ ਹਨ ਤਾਂ ਮਨੁੱਖ ਨੂੰ ਕਿੰਨਾ ਕਸ਼ਟ ਹੁੰਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹਾਥ। ਭਾਵ ਜਦੋਂ ਜਮ ਸਰੀਰ ਵਿੱਚੋਂ ਆਤਮਾ ਨੂੰ ਹੱਥ ਪਾਉਂਦੇ ਹਨ ਤਾਂ ਬੜੇ ਤਗੜੇ ਹੱਥ ਪਾਉਂਦੇ ਹਨ। ਜਦੋਂ ਜਮਦੂਤ ਇੱਕ ਵਾਰੀ ਕਿਸੇ ਜੀਵ ਨੂੰ ਹੱਥ ਪਾ ਲੈਂਦੇ ਹਨ ਤਾਂ ਉਹ ਜੀਵ ਛੁੱਟ ਨਹੀਂ ਸਕਦਾ। ਜੀਵ ਜਿੰਨਾ ਮਰਜ਼ੀ ਤਗੜਾ ਹੋਵੇ ਪਰ ਉਸ ਸਮੇਂ ਉਸ ਦੀ ਕੋਈ ਪੇਸ਼ ਨਹੀਂ ਜਾਂਦੀ। ਜਦੋਂ ਜੀਵ ਦਾ ਸਮਾਂ ਆਉਂਦਾ ਹੈ ਤਾਂ ਉਸ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਦੇ ਸਿਰ ਤੇ ਜਮ ਦਾ ਡੰਡਾ ਵੱਜਦਾ ਹੈ। ਜਮ ਕਦੇ ਵੀ ਜੀਵ ਨੂੰ ਚੇਤਾਵਨੀ ਦੇ ਕੇ ਨਹੀਂ ਆਉਂਦੇ। ਭਗਤ ਕਬੀਰ ਜੀ ਫਰਮਾਉਂਦੇ ਹਨ,
ਕਹੂੰ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੇ। ਭਾਵ ਮਾਇਆ ਵਿੱਚ ਮਸਤ ਹੋਇਆ ਬੰਦਾ ਉਦੋਂ ਹੀ ਜਾਗਦਾ ਹੈ ਜਦੋਂ ਜਮ ਆ ਕੇ ਉਸ ਦੇ ਸਿਰ ਵਿੱਚ ਡੰਡਾ ਮਾਰਦੇ ਹਨ। ਇਹ ਡੰਡਾ ਇੰਨੀ ਜ਼ੋਰ ਨਾਲ ਪੈਂਦਾ ਹੈ ਕਿ ਪੀੜ ਨਾਲ ਜੀਵ ਦਾ ਬੁਰਾ ਹਾਲ ਹੋ ਜਾਂਦਾ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ। ਭਾਵ ਜਮ ਦਾ ਡੰਡਾ ਇੰਨਾ ਬੁਰਾ ਹੈ ਕਿ ਉਹ ਸਹਿਆ ਨਹੀਂ ਜਾਂਦਾ, ਪਰ ਜੇਕਰ ਸਾਧੂ ਸੰਤਾਂ ਦਾ ਸਾਥ ਹੋਵੇ ਤੇ ਉਹ ਇਹ ਡੰਡੇ ਤੋਂ ਬਚ ਸਕਦਾ ਹੈ। ਜਮ ਕੇਸਾਂ ਤੋਂ ਜੀਵ ਨੂੰ ਫੜ ਕੇ ਸਰੀਰ ਤੋਂ ਅਲੱਗ ਕਰਦੇ ਹਨ। ਵੱਡਾ ਹੋਏ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਜੋ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਜਮ ਕੇਸਾਂ ਤੋਂ ਫੜ ਕੇ ਜੀਵ ਨੂੰ ਪਟਕ ਦਿੰਦੇ ਹਨ। ਜਦੋਂ ਉਹ ਜੀਵ ਨੂੰ ਕੇਸਾਂ ਤੋਂ ਫੜ ਕੇ ਦੇਹ ਵਿੱਚੋਂ ਕੱਢਦੇ ਹਨ ਤਾਂ ਉਸ ਜੀਵ ਨੂੰ ਬੜਾ ਦੁੱਖ ਲੱਗਦਾ ਹੈ। ਜਿਤ ਦਿਹਾੜੇ ਧਨ ਵਰੀ, ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ। ਜਿੰਦੂ ਨਿਮਾਣੇ ਕੱਢੀਆਂ, ਹੱਡਾਂ ਕੂ ਕੜਕਾਏ। ਮਲਕ ਭਾਵ ਜਮ। ਜਮਾਂ ਬਾਰੇ ਕੰਨਾਂ ਨਾਲ ਸੁਣਿਆ ਸੀ ਕਿ ਜਮ ਹੁੰਦੇ ਹਨ। ਉਹ ਮੌਤ ਵੇਲੇ ਜੀਵ ਨੂੰ ਆਪਣੇ ਦੋਹਾਂ ਹੱਥਾਂ ਨਾਲ ਕੇਸਾਂ ਤੋਂ ਫੜ ਕੇ ਜਿੰਦ ਵਿੱਚੋਂ ਬਾਹਰ ਕੱਢਦੇ ਹਨ ਤਾਂ ਹੱਡਾਂ ਨੂੰ ਕੜਕਾ ਦਿੰਦੇ ਹਨ। ਉਸ ਸਮੇਂ ਜੀਵ ਨੂੰ ਇੰਨਾ ਦੁੱਖ ਹੁੰਦਾ ਹੈ ਕਿ ਜਿੰਨਾ ਦੁੱਖ 40,000 ਵਿਸ਼ਵਾਂ ਦੇ ਡੰਗ ਲਾਉਣ ਨਾਲ ਹੁੰਦਾ ਹੈ। ਫਿਰ ਜਮ ਪਾਪੀ ਦੇ ਗਲ ਵਿੱਚ ਰੱਸੀ ਪਾਉਂਦੇ ਹਨ ਤੇ ਰੱਸੀ ਤੋਂ ਫੜ ਕੇ ਘੜੀਸਦੇ ਹੋਏ ਪਾਪੀਆਂ ਨੂੰ ਧਰਮਰਾਜ ਦੇ ਦਰਬਾਰ ਵਿੱਚ ਲੈ ਕੇ ਜਾਂਦੇ ਹਨ। ਉੱਥੇ ਪਾਪੀ ਜੀਵ ਦੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ। ਵਾਹਿਗੁਰੂ ਜੀ, ਅੱਜ ਅਸੀਂ ਗਰੁੜ ਪੁਰਾਣ ਤੇ ਗੁਰਬਾਣੀ ਦੇ ਅਨੁਸਾਰ ਇਹ ਜਾਣਿਆ ਹੈ ਕਿ ਜੀਵ ਦਾ ਲੇਖਾ ਜੋਖਾ ਤੇ ਉਸ ਦੇ ਪ੍ਰਾਣ ਕਿਵੇਂ ਨਿਕਲਦੇ ਹਨ। ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ, ਵੀਡੀਓ ਬਣਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ, ਬੱਚੇ ਸਮਝ ਕੇ ਮਾਫ ਕਰਨਾ।